ਪ੍ਰੋਫੈਸ਼ਨਲਸ ਕੋਲੋਂ ਹਮੇਸ਼ਾ ਸਰਵਿਸ ਬੈਕ ਮੰਗਿਆ ਕਰੋ, ਕੈਸ਼ ਬੈਕ ਨਾ ਮੰਗੋ। ਮਾਂ ਪਿਓ ਨੂੰ ਬੱਚੇ ਬੁਲਾਉਂਦੇ ਆ ਜੀ ਸਦਕੇ ਉਹਨਾਂ ਨੇ ਇੱਥੇ ਵੱਡੀਆਂ ਗੱਡੀਆਂ ਲਈਆਂ, ਵੱਡੇ ਘਰ ਲਏ, ਮਾਂ ਪਿਓ ਨੂੰ ਵਿਖਾਉਣਾ ਚਾਹੁੰਦੇ, ਬਿਜ਼ਨਸ ਕਲਾਸ ਟਿਕਟਾਂ ਵੀ ਲੈਂਦੇ ਉਹਨਾਂ ਦੀ, ਉਹਦੀ ਫੋਟੋ ਵੀ ਪਾਉਂਦੇ ਆ ਫੇਸਬੁੱਕ ਤੇ, ਪਰ ਇੰਸ਼ੋਰੈਂਸ ਲੈਣ ਵੇਲੇ ਬੜੀ ਕੰਜੂਸੀ ਕਰਦੇ। ਕੱਲ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਤੇ ਕਹਿੰਦਾ ਭਾਜੀ ਪਾਲਿਸੀ ਲੈਣੀ ਹੈ। ਮੈਂ ਕਿਹਾ ਵੀ ਡੇਟ ਆਫ ਬਰਥ ਭੇਜ। ਮੈਂ ਕਿਹਾ ਵੀ ਮੈਡੀਕਲ ਕੰਡੀਸ਼ਨਸ। ਕਹਿੰਦਾ ਭਾਜੀ ਮੈਡੀਕਲ ਕੰਡੀਸ਼ਨ ਦਾ ਕੀ ਕਰਨਾ, ਬਸ ਮਾੜੀ ਮੋਟੀ ਹੈਗੀ ਆ। ਮੈਂ ਕਿਹਾ ਵੀਰ ਮਾੜੀ ਮੋਟੀ ਨਹੀਂ, ਮੈਨੂੰ ਡਿਟੇਲ ਚਾਹੀਦੀ ਆ, ਮੈਂ ਦੇਖਣਾ ਵੀ ਕਵਰ ਹੈਗਾ ਜਾਂ ਨਹੀਂ। ਬਾਏ ਦਾ ਟਾਈਮ ਉਹਨਾਂ ਦਾ ਮੈਸੇਜ ਆਇਆ ਤੇ ਕੁਝ ਉਹ 'ਚ ਮੈਡੀਕਲ ਕੰਡੀਸ਼ਨਸ ਇਦਾਂ ਦੀਆਂ ਸੀਗੀਆਂ ਜਿਹੜੀਆਂ ਇੰਸ਼ੋਰੈਂਸ ਦੇ ਦਾਇਰੇ 'ਚ ਨਹੀਂ ਆਉਂਦੀਆਂ। ਮੈਂ ਤੁਹਾਨੂੰ 2-3 ਐਗਜ਼ਾਮਪਲ ਦੇ ਦੇਣਾ। ਕਿਡਨੀ ਡਾਇਲਿਸਿਸ ਹੁੰਦਾ ਹੋਵੇ, ਇੰਸ਼ੋਰੈਂਸ ਕੰਪਨੀ ਨਹੀਂ ਕਵਰ ਕਰਦੀ। ਤੁਹਾਨੂੰ ਕੈਂਸਰ ਆ, ਨਹੀਂ ਕਵਰ ਕਰੇਗੀ। ਤੁਹਾਨੂੰ ਹਾਰਟ ਦੀ ਕੋਈ ਸੀਰੀਅਸ ਕੰਡੀਸ਼ਨ ਆ, ਕੰਪਨੀ ਨਹੀਂ ਕਵਰ ਕਰਦੀ। ਅੱਛਾ ਜੀ, ਉਹਨੇ ਕੰਡੀਸ਼ਨ ਭੇਜੀਆਂ। ਮੈਂ ਕਿਹਾ ਬ੍ਰਦਰ ਕੀ ਕਰਦਾ? ਕਹਿੰਦਾ ਭਾਜੀ ਛੋਟੀ ਮੋਟੀ ਜੌਬ ਕਰਦਾ। ਮੈਂ ਕਿਹਾ ਇਦਾਂ ਕਰ, ਟਿਕਟਾਂ ਕੈਂਸਲ ਕਰਾ ਦੇ। ਬਹੁਤ ਲੋਕ ਕਹਿੰਦੇ ਭਾਜੀ ਸਾਰਾ ਕੁਝ ਕਵਰ ਕਰੂਗੀ। ਸਾਰਾ ਕੁਝ ਬੜਾ ਹੈਵੀ ਵਰਡ ਆ। ਸਾਰਾ ਕੁਝ ਤਾਂ ਅਰਸ਼ੀ ਜੀ ਸਾਡਾ ਉਹੇ ਪਕਾੜ ਵੀ ਕਵਰ ਨਹੀਂ ਕਰਦਾ, ਸਾਡੇ ਡੈਂਟਲ ਨਹੀਂ ਕਵਰ, ਸਾਡੀ ਅੱਖਾਂ ਨਹੀਂ ਕਵਰ। ਸੋ ਤੁਸੀਂ ਕਹਿੰਦੇ ਸਾਰਾ ਕੁਝ ਕਵਰ ਆ, ਸਾਰਾ ਕੁਝ ਤਾਂ ਭਾਜੀ ਰੱਬ ਦਾ ਨਾਮ ਹੀ ਹੈ। ਇੱਕ ਟਰਸਟ ਕਮਾਉਣਾ ਸਭ ਤੋਂ ਔਖਾ ਕੰਮ ਹੈ। ਸੋ ਮੈਂ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਦਾ, ਕਿਉਂਕਿ ਤੁਹਾਡਾ ਬਿਜ਼ਨਸ ਇੰਸ਼ੋਰੈਂਸ ਨਾਲ ਰਿਲੇਟਡ ਹੈ, ਸੋ ਹੁਣ ਤੱਕ ਦਾ ਬੈਸਟ ਕੰਪਲੀਮੈਂਟ ਤੁਹਾਨੂੰ ਕੀ ਮਿਲਿਆ? ਭਾਜੀ ਬੈਸਟ ਕੰਪਲੀਮੈਂਟ ਅਰਸ਼ੀ ਮੈਂ ਤੁਹਾਨੂੰ ਰੀਅਲ ਸਟੋਰੀਆਂ ਸੁਣਾਉਣਾ ਸਰ। ਲੋਕ ਇੰਡਸਟਰੀ 'ਚ ਕੈਸ਼ਬੈਕ ਵੀ ਆਫਰ ਕਰਦੇ ਆ। ਹਾਂਜੀ, ਲੋਕ ਤੁਹਾਨੂੰ ਸਸਤਾ ਸਮਾਨ ਵੀ ਵੇਚਦੇ ਆ ਜੀ। ਮੈਂ ਇਹ ਕਮਾਇਆ ਆ ਕਿ ਲੋਕ $500 ਕੈਸ਼ਬੈਕ ਛੱਡ ਕੇ ਜੀ ਸਸਤਾ ਸਮਾਨ ਛੱਡ ਕੇ ਜਦੋਂ ਮੇਰੇ ਨਾਲ ਗੱਲ ਕਰਦੇ ਆ ਉਹ ਮੇਰੀ ਸਰਵਿਸ ਲੈਂਦੇ ਆ। ਕੀ ਬਾਤ ਹੈ। ਤੇ ਮੈਂ ਕਮਿਊਨਿਟੀ ਨੂੰ ਇਹ ਕਹਿਣਾ ਚਾਹੁੰਦਾ, ਪ੍ਰੋਫੈਸ਼ਨਲਸ ਕੋਲੋਂ ਹਮੇਸ਼ਾ ਸਰਵਿਸ ਬੈਕ ਮੰਗਿਆ ਕਰੋ, ਕੈਸ਼ ਬੈਕ ਨਾ ਮੰਗੋ। ਹਾਏ ਹਾਏ ਹਾਏ, ਕੀ ਬਾਤ ਹੈ। ਆਲਵੇਜ਼ ਸੀਕ ਸਰਵਿਸ ਬੈਕ ਰਾਦਰ ਦੈਨ ਕੈਸ਼ ਬੈਕ। The community needs to evolve। ਜੇ ਤੁਸੀਂ ਕੰਮ ਕਰਦੇ ਆ ਆਪਣੇ ਬੌਸ ਨੂੰ ਪੈਸੇ ਨਹੀਂ ਦਿੰਦੇ ਹੈਗੇ, ਜਿਹੜਾ ਵੀ ਕੰਮ ਕਰਦਾ, ਮੈਂ ਤਾਂ ਚਲੋ ਇੰਸ਼ੋਰੈਂਸ ਦੀ ਗੱਲ ਕਰਦਾ ਕਿਉਂਕਿ ਮੈਂ ਇੰਸ਼ੋਰੈਂਸ ਦੇ ਖੇਤਰ 'ਚ ਆ, ਚਾਹੇ ਮੌਰਗੇਜ ਆ, ਚਾਹੇ ਰੀਅਲ ਸਟੇਟ ਆ, ਬਹੁਤ ਲੋਕ ਮਿਹਨਤ ਕਰਦੇ ਆ ਜਿਹੜੇ ਕੰਮ ਕਰਦੇ ਆ। ਕੰਮ ਕਰਨ ਵਾਲੇ ਬੰਦੇ ਨੂੰ ਪਰਖੋ, ਜੇ ਉਹ ਕੰਮ ਵਧੀਆ ਕਰ ਰਿਹਾ ਆ ਉਹਨੂੰ ਆਪਣੀ ਰੋਜੀ ਰੋਟੀ ਕਮਾ ਲੈਣ ਦਿਓ। ਉਹਦੀ ਰੋਜੀ ਰੋਟੀ 'ਚੋਂ, ਉਹਦੇ ਚੈੱਕ 'ਚੋਂ ਪੈਸੇ ਨਾ ਮੰਗਿਆ ਕਰੋ। ਉਹਨੂੰ ਕਹਿ ਕਿ ਮੈਨੂੰ ਤੂੰ ਸਵਾਲਾਂ ਦੇ ਜਵਾਬ ਦੇ, ਮੈਨੂੰ ਸਰਵਿਸ ਬੈਕ ਦੇ, ਮੈਂ ਕੈਸ਼ ਬੈਕ ਨਹੀਂ ਲੈਣਾ। ਇਹ ਕਮਿਊਨਿਟੀ ਨੂੰ ਆਪਣੀ ਨੂੰ ਸਾਰੀ ਨੂੰ ਇਵੋਲਵ ਹੋ ਕੇ ਚੀਜ਼ ਵੱਲ ਧਿਆਨ ਦੇਣਾ। ਕੀ ਬਾਤ ਹੈ ਭਾਈ, ਕੀ ਬਾਤ ਹੈ। ਬਹੁਤ ਨੇਕ ਵਿਚਾਰ। ਔਰ ਇਹ ਇਦਾਂ ਦੇ ਪੋਡੀਅਮ ਤੇ ਆ ਕੇ ਖੁੱਲੇ ਪਲੇਟਫਾਰਮ ਤੇ ਬੋਲਣਾ ਇਹ ਸਭ ਤੋਂ ਵੱਡਾ ਇੱਕ ਜਿਗਰੇ ਵਾਲਾ ਕੰਮ ਹੈ, ਕਿਉਂਕਿ ਇਹ ਬਹੁਤ ਘੱਟ ਲੋਕੀ ਕਰਦੇ ਆ। ਸੋ ਹੈਟਸ ਆਫ ਟੂ ਯੂ ਸਰ ਜੀ। ਅੱਛਾ, ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਪਏ ਸੀ। ਓਬਵੀਅਸਲੀ ਇੱਕ ਐਸੀ ਚੀਜ਼ ਹੈ ਜੋ ਬੜੀ ਸੀਰੀਅਸ ਹੈ ਹਨਾ, ਪਰ ਲੋਕਾਂ ਨੇ ਕਈਆਂ ਨੇ ਮਜ਼ਾਕ ਵੀ ਬਣਾਇਆ ਹੋਇਆ ਇਹਨੂੰ ਹਨਾ। ਸੋ ਇਸ ਕਰਕੇ ਉਹ ਜਿਹੜਾ ਟਰਸਟ ਕਮਾਉਣਾ, ਜਿਵੇਂ ਮੈਂ ਸਵਾਲ ਤੁਹਾਨੂੰ ਕੀਤਾ, ਟਰਸਟ ਕਮਾਉਣਾ ਬਹੁਤ ਔਖਾ ਕੰਮ ਹੈ। ਪਰ ਜਦੋਂ ਮਾਈ ਲਾਈਫ ਇੰਸ਼ੋਰੈਂਸ ਕੋਲ ਕੋਈ ਆਉਂਦਾ, ਸੁਦੀਪ ਜੀ ਕੋਲ ਕੋਈ ਆਉਂਦਾ, ਤਾਂ ਸਭ ਤੋਂ ਜ਼ਿਆਦਾ ਤੁਸੀਂ ਕੇਸਿਸ ਕਿਹੜੇ ਦੇਖਦੇ ਹੋ? ਸਰ ਕੇਸਿਸ ਇਦਾਂ ਆ ਕਿ ਜੇ ਅੱਜ ਕੱਲ੍ਹ ਦੀ ਥੋੜੀ ਜਿਹੀ ਰਸ਼ ਗੱਲ ਕਰੀਏ, ਮੌਸਮ ਖੁੱਲ ਗਿਆ, ਥੋੜਾ ਜਿਹਾ ਸਨੀ ਵੈਦਰ ਹੋ ਗਿਆ, ਸਮਰ ਆਉਣ ਵਾਲੀ ਆ, ਤੇ ਅੱਜ ਕੱਲ੍ਹ ਜਿਹੜੇ ਜ਼ਿਆਦਾ ਕੇਸਿਸ ਸਾਡੇ ਕੋਲ ਆ ਰਹੇ ਆ ਉਹ ਆ ਰਹੇ ਆ ਜੀ ਵਿਜ਼ਿਟਰਸ ਜਾਂ ਸੁਪਰ ਵੀਜ਼ਾ ਜਾਂ ਜਿਹੜੇ ਵਰਕ ਪਰਮਿਟ ਹੋਲਡਰ ਆ। ਉਹ ਕਹਿ ਲਓ ਵੀ ਤਮਾਮ ਲੋਕ ਜਿਹੜੇ ਕੈਨੇਡਾ ਦੀ ਧਰਤੀ ਤੇ ਹੈਗੇ ਤਾਂ ਹੈ, ਬਟ ਉਹਨਾਂ ਨੂੰ ਸਰਕਾਰ ਹੈਲਥ ਪ੍ਰੋਸਪੈਕਟਿਵ ਨਾਲ ਕਵਰ ਨਹੀਂ ਕਰਦੀ। ਉਹਨਾਂ 'ਚ ਆ ਗਏ ਵਿਜ਼ਿਟਰ ਆ ਗਏ, ਸੁਪਰ ਵੀਜ਼ਾ ਆ ਗਏ, ਵਰਕ ਪਰਮਿਟ ਹੋਲਡਰਸ ਆ ਗਏ, ਸਪਾਊਸਲ ਆ ਗਏ, ਤਮਾਮ ਲੋਕ। ਹੁਣ ਪ੍ਰੋਬਲਮ ਇਹ ਆ ਕਿ ਜਿਹੜੀ ਪ੍ਰੋਬਲਮ ਆ ਉਹ ਨਾ ਤਾਂ ਬੈਲ ਮਾਰਦੀ ਆ, ਨਾ ਉਹ ਈਮੇਲ ਕਰਦੀ ਆ, ਤੇ ਨਾ ਉਹ ਤੁਹਾਨੂੰ ਫੋਨ ਕਰਦੀ ਆ ਜੀ, ਉਹ ਆ ਕੇ ਗੋਦੀ 'ਚ ਬਹਿ ਜਾਂਦੀ ਆ। ਤੇ ਜਦੋਂ ਅੱਖਾਂ ਖੁੱਲਦੀਆਂ ਆ ਉਦੋਂ ਚਿੱਟੇ ਚਿੱਟੇ ਕੱਪੜੇ ਤੇ ਆਲੇ ਦੁਆਲੇ ਚਿੱਟੇ ਚਿੱਟੇ ਬੰਦੇ ਵਾਲੇ ਕੁਝ ਲੋਕ ਹੁੰਦੇ ਆ। ਮੇਰਾ ਰੈਫਰੈਂਸ ਡਾਕਟਰ। ਸੋ ਇਦਾਂ ਦੇ ਤਮਾਮ ਕੇਸ ਹਰ ਰੋਜ਼ ਦੇਖੀਦੇ ਜੀ, ਸੁਣੀਦੇ ਆ। ਮੈਂ ਇੰਨਾ ਕਹਿਣਾ ਚਾਹੁੰਦਾ ਵੀ ਅੱਜ ਕੱਲ੍ਹ ਕਿਤੇ ਫਾਈਨ ਡਾਈਨਿੰਗ ਕਰਨ ਚੱਲ ਜੀਏ 4 ਬੰਦੇ ਤਾਂ $200 ਲੱਗ ਜਾਂਦਾ ਜੀ। ਫਾਈਨ ਡਾਈਨਿੰਗ ਤੋਂ ਚੰਗਾ ਤੁਸੀਂ ਉਹ ਰੋਟੀ ਵੀ ਖਾ ਲਓ, ਪਰ ਉਹਨੂੰ ਟੇਕ ਆਊਟ ਕਰ ਲਓ, ਸਸਤੀ ਪੈ ਜੂਗੀ। ਥੋੜੀ ਬਹੁਤੀ ਆਪਣੀ ਪਾਲਿਸੀ ਜ਼ਰੂਰ ਕਰਾ ਲੈਣੀ ਚਾਹੀਦੀ ਹੈ, ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਆ। ਮਾਂ ਪਿਓ ਨੂੰ ਬੱਚੇ ਬੁਲਾਉਂਦੇ ਆ ਜੀ ਸਦਕੇ, ਉਹਨਾਂ ਨੇ ਇੱਥੇ ਵੱਡੀਆਂ ਗੱਡੀਆਂ ਲਈਆਂ, ਵੱਡੇ ਘਰ ਲਏ, ਮਾਂ ਪਿਓ ਨੂੰ ਵਿਖਾਉਣਾ ਚਾਹੁੰਦੇ, ਬਿਜ਼ਨਸ ਕਲਾਸ ਟਿਕਟਾਂ ਵੀ ਲੈਂਦੇ ਉਹਨਾਂ ਦੀ, ਉਹਦੀ ਫੋਟੋ ਵੀ ਪਾਉਂਦੇ ਆ ਫੇਸਬੁੱਕ ਤੇ, ਪਰ ਇੰਸ਼ੋਰੈਂਸ ਲੈਣ ਵੇਲੇ ਬੜੀ ਕੰਜੂਸੀ ਕਰ ਜਾਂਦੇ ਆ। ਇਹ ਮੈਂ ਬਹੁਤ ਵੇਖਿਆ ਹੈ, ਬਹੁਤ ਦੇਖਿਆ। ਵੱਡੀਆਂ ਗੱਡੀਆਂ, ਬਿਜ਼ਨਸ ਕਲਾਸ ਟਿਕਟਾਂ, ਤੇ ਜਦੋਂ ਇੰਸ਼ੋਰੈਂਸ ਦੀ ਗੱਲ ਹੁੰਦੀ ਉਹ ਘਰ ਕੋਈ ਨਹੀਂ, ਕਰ ਲਾਂਗੇ ਕੋਈ ਗੱਲ ਨਹੀਂ। ਉਹ ਸਰ ਕਰ ਲਾਂਗੇ ਜਦੋਂ ਚੰਗਾ ਫਲਾਣਾ ਜਾਣਦਾ। ਹਾਂਜੀ, ਜਦੋਂ ਚੰਗਾ ਵਕਤ ਹੁੰਦਾ ਆ ਉਦੋਂ ਰੱਬ ਨਹੀਂ ਚੇਤੇ, ਜਦੋਂ ਮਾੜਾ ਵਕਤ ਆਉਂਦਾ ਉਦੋਂ ਇੰਸ਼ੋਰੈਂਸ ਕੰਪਨੀ ਨਹੀਂ ਮੂੰਹ ਲਾਉਂਦੀ। ਜੀ ਜੀ ਜੀ। ਸੋ ਮੈਂ ਮਤਲਬ ਸਿਰਫ ਸੇਲਸ ਪ੍ਰੋਸਪੈਕਟਿਵ ਨਾਲ ਨਹੀਂ ਅਰਸ਼ੀ, ਮੈਂ ਤਾਂ ਅੱਜ ਸਿਰਫ ਜਿੱਦਾਂ ਤੁਹਾਡਾ ਧਾਰਾ ਇੱਕ ਕਮਿਊਨਿਟੀ ਲਈ ਅੱਛੀ ਸੇਵਾ ਕਰ ਰਿਹਾ, ਮੈਂ ਵੀ ਉਸੇ ਵਿਚਾਰਧਾਰਾ ਤੇ ਆਇਆ। ਮੈਂ ਸਿਰਫ ਐਜੂਕੇਟ ਕਰਨ ਆਇਆ ਕਿ ਭਾਈ ਇੰਸ਼ੋਰੈਂਸ ਲਓ ਤੇ ਸਵਾਲ ਪੁੱਛੋ, ਪੜ੍ਹ ਕੇ ਲਓ ਕਿ ਕੀ ਤੁਹਾਡੇ ਪੇਰੈਂਟਸ ਕਵਰਡ ਵੀ ਹੈਗੇ ਜਾਂ ਨਹੀਂ ਕਵਰਡ।
ਮੈਂ ਤੁਹਾਨੂੰ ਇੱਕ ਕੱਲ ਦੀ ਗੱਲ ਸੁਣਾ ਦੇਣਾ ਅਰਸ਼ ਜੀ, ਛੋਟਾ ਜਿਹਾ ਐਗਜ਼ਾਮਪਲ। ਜੀ 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 ਕੱਲ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਤੇ ਕਹਿੰਦਾ ਭਾਜੀ ਪਾਲਿਸੀ ਲੈਣੀ ਹੈ। ਮੈਂ ਕਿਹਾ ਵੀ ਡੇਟ ਆਫ ਬਰਥ ਭੇਜ। ਮੈਂ ਕਿਹਾ ਵੀ ਮੈਡੀਕਲ ਕੰਡੀਸ਼ਨਸ। ਕਹਿੰਦਾ ਭਾਜੀ ਮੈਡੀਕਲ ਕੰਡੀਸ਼ਨ ਦਾ ਕੀ ਕਰਨਾ, ਬਸ ਮਾੜੀ ਮੋਟੀ ਹੈਗੀ ਆ। ਮੈਂ ਕਿਹਾ ਵੀਰ ਮਾੜੀ ਮੋਟੀ ਨਹੀਂ, ਮੈਨੂੰ ਡਿਟੇਲ ਚਾਹੀਦੀ ਆ, ਮੈਂ ਦੇਖਣਾ ਵੀ ਕਵਰ ਹੈਗਾ ਜਾਂ ਨਹੀਂ। ਬਾਏ ਦਾ ਟਾਈਮ ਉਹਨਾਂ ਦਾ ਮੈਸੇਜ ਆਇਆ ਤੇ ਕੁਝ ਉਹ ਚ ਮੈਡੀਕਲ ਕੰਡੀਸ਼ਨਸ ਇਦਾਂ ਦੀਆਂ ਸੀਗੀਆਂ ਜਿਹੜੀਆਂ ਇੰਸ਼ੋਰੈਂਸ ਦੇ ਦਾਇਰੇ 'ਚ ਨਹੀਂ ਆਉਂਦੀਆਂ। ਮੈਂ ਤੁਹਾਨੂੰ 2-3 ਐਗਜ਼ਾਮਪਲ ਦੇ ਦੇਣਾ। ਕਿਡਨੀ ਡਾਇਲਿਸਿਸ ਹੁੰਦਾ ਹੋਵੇ, ਇੰਸ਼ੋਰੈਂਸ ਕੰਪਨੀ ਨਹੀਂ ਕਵਰ ਕਰਦੀ। ਤੁਹਾਨੂੰ ਕੈਂਸਰ ਆ, ਨਹੀਂ ਕਵਰ ਕਰੇਗੀ। ਤੁਹਾਨੂੰ ਹਾਰਟ ਦੀ ਕੋਈ ਸੀਰੀਅਸ ਕੰਡੀਸ਼ਨ ਆ, ਕੰਪਨੀ ਨਹੀਂ ਕਵਰ ਕਰਦੀ। ਅੱਛਾ ਜੀ, ਉਹਨੇ ਕੰਡੀਸ਼ਨ ਭੇਜੀ ਆ। ਮੈਂ ਕਿਹਾ ਬ੍ਰਦਰ ਕੀ ਕਰਦਾ? ਕਹਿੰਦਾ ਭਾਜੀ ਛੋਟੀ ਮੋਟੀ ਜੌਬ ਕਰਦਾ। ਮੈਂ ਕਿਹਾ ਇਦਾਂ ਕਰ, ਟਿਕਟਾਂ ਕੈਂਸਲ ਕਰਾ ਦੇ ਮੰਮੀ ਡੈਡੀ ਦੀਆਂ। ਕਹਿੰਦਾ ਕੀ ਕਹਿੰਦੇ ਤੁਸੀਂ? ਮੈਨੂੰ ਔਖਾ ਬੋਲਿਆ। ਕਹਿੰਦਾ ਭਾਜੀ ਮੈਂ ਮੰਮੀ ਡੈਡੀ ਨੂੰ ਬੁਲਾਉਣਾ, ਮੈਂ ਬਿਮਾਰ ਕਰੀ ਜਾਂਦੇ ਮੈਨੂੰ ਟਿਕਟਾਂ ਕਿਉਂ? ਮੈਂ ਕਿਹਾ ਬ੍ਰਦਰ ਇਹ ਇੰਸ਼ੋਰੈਂਸ ਕੰਪਨੀ ਨੇ ਤੇਰੇ ਮੰਮੀ ਪਾਪਾ ਨੂੰ ਕਵਰ ਨਹੀਂ ਕਰਨਾ, ਟਿਕਟਾਂ ਕੈਂਸਲ ਕਰਾ ਦੇ, ਆਪਣੀ ਜਾਨ ਤੇ ਕਜੀਆਂ ਨਾ ਲਈ। ਜਦੋਂ ਕਦੀ ਟਾਈਮ ਸੈੱਟ ਹੋ ਗਿਆ, ਟਿਕਟ ਸਸਤੀ ਮਿਲ ਗਈ, ਜਾ ਕੇ ਮੰਮੀ ਡੈਡੀ ਨੂੰ ਆਪ ਮਿਲ ਲਈ। ਉਹ ਹੈਰਾਨ ਹੋ ਗਿਆ, ਕਹਿੰਦਾ ਮੈਂ ਤਾਂ ਭਾਈ ਤੁਹਾਡੇ ਤੋਂ ਪਹਿਲਾਂ 7-8 ਬੰਦੇ ਨੂੰ ਫੋਨ ਕੀਤਾ, ਕਈ ਬੰਦੇ ਇੱਥੇ ਰੇਡੀਓ ਤੇ ਵੀ ਅਖਬਾਰਾਂ 'ਚ ਬੜੇ ਛਾਏ ਪਏ ਆ, ਸਾਰੇ ਜਗ੍ਹਾ ਫੋਨ ਕਰਕੇ ਆਇਆ। ਉਹ ਤਾਂ ਕਹਿੰਦੇ ਪਾਲਿਸੀ ਲੈਣਾ ਤੂੰ? ਕਹਿੰਦਾ ਮੈਨੂੰ ਤਾਂ ਮੇਰੇ ਦੋਸਤ ਨੇ ਕਿਹਾ ਵੀ ਤੈਨੂੰ ਫੋਨ ਕਰ ਲਾ। ਮੈਂ ਕਿਹਾ ਫਿਰ ਤੇਰੇ ਦੋਸਤ ਨੇ ਚੰਗੀ ਸਲਾਹ ਦਿੱਤੀ ਹੈ ਤੈਨੂੰ, ਤੂੰ ਮੈਨੂੰ ਫੋਨ ਕਰ ਲਿਆ ਤੇ ਮੈਂ ਤੈਨੂੰ ਪਾਲਿਸੀ ਨਹੀਂ ਦੇਣੀ। ਕਹਿੰਦਾ ਪਰ ਮੈਂ ਪਾਲਿਸੀ ਲੈਣੀ ਆ। ਮੈਂ ਕਿਹਾ ਮੈਂ ਦੇਣੀ ਨਹੀਂ। ਤੇ ਮੈਨੂੰ ਅੱਜ ਦਾ ਸਵੇਰੇ ਫੋਨ ਆਇਆ, ਕਹਿੰਦਾ ਭਾਜੀ ਮੈਂ ਮਤਲਬ ਤੁਹਾਡਾ ਤਹਿ ਦਿਲੋਂ ਬੜਾ ਸ਼ੁਕਰਗੁਜ਼ਾਰ ਹਾਂ, ਮੈਨੂੰ ਲੋਕਾਂ ਨੇ ਨੇੜੇ 'ਚ ਰੱਖਿਆ ਕਿ ਵਾਕਈ ਮੇਰੇ ਪੇਰੈਂਟਸ ਕਵਰ ਨਹੀਂ ਹੁੰਦੇ ਸੀ। ਮੈਂ ਤੁਹਾਡੇ ਕਹਿਣ ਤੋਂ ਬਾਅਦ 2-3 ਕੰਪਨੀ ਨੂੰ ਫੋਨ ਕੀਤਾ। ਮੈਂ ਕਿਹਾ ਟਿਕਟ ਕੈਂਸਲ ਕਰਾਤੀ? ਕਹਿੰਦਾ ਹਾਂਜੀ ਕਰਾਤੀ। ਕਹਿੰਦਾ ਮੈਂ ਤੁਹਾਨੂੰ ਥੈਂਕ ਯੂ ਕਹਿਣ ਲਈ ਫੋਨ ਕੀਤਾ ਕਿ ਵਾਕਈ ਮੇਰੇ ਪੇਰੈਂਟਸ ਜਿਹੜੀ ਕੈਂਸਰ ਦੀ ਕੰਡੀਸ਼ਨ ਸੀ ਤੇ ਹਾਰਟ ਦੀ ਕੰਡੀਸ਼ਨ ਸੀ, ਉਹ ਇੰਸ਼ੋਰੈਂਸ ਕੰਪਨੀ 'ਚ ਕਵਰ ਨਹੀਂ ਹੋ ਰਹੇ ਸੀ, ਪਰ ਮੈਨੂੰ ਕਿਸੇ ਨੇ ਐਜੂਕੇਟ ਨਹੀਂ ਕੀਤਾ। ਮੈਂ ਕਿਹਾ ਤੂੰ ਐਜੂਕੇਟ ਹੋਇਆ ਵੀ ਨਹੀਂ, ਤੂੰ ਪੁੱਛਿਆ ਵੀ ਨਹੀਂ ਸਵਾਲ। ਮੈਂ ਕਿਹਾ ਬ੍ਰਦਰ ਤੂੰ ਤਾਂ ਮੈਡੀਕਲ ਕੰਡੀਸ਼ਨ ਦੱਸਣ ਨੂੰ ਤਿਆਰ ਨਹੀਂ ਸੀ ਮੈਨੂੰ, ਉਹ ਤਾਂ ਮੈਂ ਤੈਨੂੰ ਧੱਕੇ ਨਾਲ ਪੁੱਛ ਲਿਆ। ਸੋ ਇਦਾਂ ਦਾ ਜਿਹੜਾ ਗੈਪ ਆ ਕਮਿਊਨਿਟੀ 'ਚ, ਉਹ ਮੈਂ ਚਾਹੁੰਦਾ ਵੀ ਥੋੜਾ ਜਿਹਾ ਕਵਰ ਹੋਵੇ। ਇਸੇ ਗੈਪ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ, ਜਦੋਂ ਇੰਸ਼ੋਰੈਂਸ ਲੈਣੀ ਹੋਵੇ ਸੋ ਕਲਾਇੰਟ ਨੂੰ ਕਿਹੜੇ ਪੈਰਾਮੀਟਰਸ ਜਾਂ ਕੀ ਇੰਸ਼ੋਰੈਂਸ ਬਾਬਤ ਦੇਖਣਾ ਚਾਹੀਦਾ? ਬਿਲਕੁਲ ਦੇਖੋ, ਡਾਕੂਮੈਂਟ ਤਾਂ ਬਹੁਤ ਵੱਡਾ ਹੁੰਦਾ 13-14 ਪੇਜ ਦਾ। ਮੈਂ ਨਹੀਂ ਕਹਿੰਦਾ ਸਾਰਾ ਪੜ੍ਹਿਆ ਜਾਵੇ, ਘੱਟੋ ਘੱਟ ਇੰਨਾ ਜ਼ਰੂਰ ਪੜ੍ਹ ਲਿਆ ਜਾਵੇ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਉਹਦੇ ਜਿਹੜੇ ਮੈਡੀਕਲ ਕੁਐਸਚਨਸ ਆ, ਕਿਸੇ ਆਪਾਂ ਉਹਦੇ ਦਾਇਰੇ 'ਚ ਕਿਤੇ ਫਸਦੇ ਤਾਂ ਨਹੀਂ ਪਏ ਹੈਗੇ। ਕੰਪਨੀ ਐਲੀਜੀਬਿਲਟੀ ਕ੍ਰਾਈਟੇਰੀਆ ਬਣਾ ਦਿੰਦੀ ਵੀ ਆਹ ਚੀਜ਼ਾਂ ਅਸੀਂ ਕਵਰ ਨਹੀਂ ਕਰਨੀਆਂ, ਜਾਂ ਆਹ 5 ਸਵਾਲ ਆ ਜਿਨ੍ਹਾਂ ਦੇ ਆਨਸਰ 'ਚ ਯੈਸ ਆ ਗਿਆ ਕਿਸੇ ਇੱਕ ਸਵਾਲ ਦਾ ਵੀ ਆਨਸਰ, ਤਾਂ ਆਪਾਂ ਤੁਹਾਨੂੰ ਕਵਰ ਨਹੀਂ ਕਰਨਾ। ਇੱਕ ਤੁਸੀਂ ਇਹ ਪੜ੍ਹ ਲਓ ਕਿ ਵਾਟ ਇਜ਼ ਨਾਟ ਇਨਕਲੂਡਡ। ਬਹੁਤ ਲੋਕ ਕਹਿੰਦੇ ਭਾਜੀ ਸਾਰਾ ਕੁਝ ਕਵਰ ਕਰੂਗੀ, ਸਾਰਾ ਕੁਝ ਬੜਾ ਹੈਵੀ ਵਰਡ ਆ। ਸਾਰਾ ਕੁਝ ਤਾਂ ਅਰਸ਼ੀ ਜੀ ਸਾਡਾ ਉਹੀ ਪਕਾੜ ਵੀ ਕਵਰ ਨਹੀਂ ਕਰਦਾ, ਸਾਡੇ ਡੈਂਟਲ ਨਹੀਂ ਕਵਰ, ਸਾਡੀ ਅੱਖਾਂ ਨਹੀਂ ਕਵਰ। ਸੋ ਤੁਸੀਂ ਕਹਿੰਦੇ ਸਾਰਾ ਕੁਝ ਕਵਰ ਆ, ਸਾਰਾ ਕੁਝ ਤਾਂ ਭਾਜੀ ਰੱਬ ਦਾ ਨਾਮ ਹੀ ਆ। ਸਾਰਾ ਕੁਝ ਕਿੱਦਾਂ ਕਵਰ ਕਰ ਲੂਗਾ ਕੋਈ? ਤੁਸੀਂ ਪੜ੍ਹੋ ਕੀ ਕਵਰ ਆ ਤੇ ਕੀ ਨਹੀਂ ਕਵਰ। ਕਲਾਇੰਟ ਨੂੰ, ਏਜੰਟ ਨੂੰ ਸਵਾਲ ਪੁੱਛੋ, ਸਵਾਲ ਵੀ 15-20 ਪੁੱਛੋ ਜੀ। ਤੁਸੀਂ ਆਪਣੀ ਤਸੱਲੀ ਕਰੋ। ਜਦੋਂ ਤੁਹਾਨੂੰ ਤਸੱਲੀ ਹੋ ਜਾਂਦੀ ਆ, ਤੁਸੀਂ ਆਪਣੀ ਅੱਖਾਂ ਨਾਲ ਵੀ ਕੋਈ ਚੀਜ਼ ਪੜ੍ਹ ਲਓ, ਕਿਉਂਕਿ कानों से सुना झूठ, आंखों से देखा सच। क्या बात, थोड़ा जो भी देख लो। क्या बात, जे ਤੁਸੀਂ ਸੈਟੀਸਫਾਈਡ ਹੋ ਰਹੇ ਆ ਤਾਂ ਪਾਲਿਸੀ ਲੈ ਲਓ, ਜਿੱਥੋਂ ਮਰਜ਼ੀ ਲੈ ਲਓ, ਆਨਲਾਈਨ ਲੈ ਕੇ ਲੈ ਲਓ, ਭਾਵੇਂ ਕਿਸੇ ਏਜੰਟ ਤੋਂ ਲੈ ਲਓ। ਪਰ ਥੋੜਾ ਜਿਹਾ ਆਪਣੀ ਕਮਿਊਨਿਟੀ ਇਸ ਗੱਲ 'ਚ ਵੀ ਐਜੂਕੇਟ ਹੋਣ ਦੀ ਲੋੜ ਆ ਕਿ ਮਾਸੀ ਦਾ ਮੁੰਡਾ, ਪਿੰਡ ਦਾ ਜਵਾਈ, ਉਹਨੂੰ ਛੱਡ ਕੇ ਇੱਕ ਪ੍ਰੋਫੈਸ਼ਨਲਿਜ਼ਮ ਵੀ ਹੁੰਦੀ ਹੈ। ਕੀ ਬਾਤ ਹੈ, ਕੀ ਉਹਦੇ ਦਾਇਰੇ 'ਚ ਆਪਣੇ ਲੋਕ ਨਿਕਲਦੇ ਨਹੀਂ ਰਹੇ। ਉਹ ਨਹੀਂ ਭਾਜੀ ਸਾਡਾ ਪਿੰਡੂ ਆ। ਮੈਂ ਕੱਲ ਭਾਜੀ ਪਿਛਲੇ ਹਫਤੇ ਗੱਲ, ਮੇਰੇ ਕੋਲ ਐਕਚੁਅਲੀ ਸਟੋਰੀਆਂ ਬੜੀਆਂ, ਟਾਈਮ ਘੱਟ ਰਹਿ ਜਾਣਾ ਭਾਜੀ। ਉਹ ਆਪਣੇ ਨਾ ਮੁੰਡਾ ਪਿੰਡ ਦਾ ਆਇਆ ਤੇ ਆਪਾਂ ਪਾਲਿਸੀ ਉੱਥੇ ਹੀ ਕਰਾ ਲਈ ਸੀ। ਮੈਂ ਕਿਹਾ ਬਹੁਤ ਵਧੀਆ। ਮੈਂ ਕਿਹਾ ਭਾਜੀ ਮੈਂ ਤੁਹਾਨੂੰ ਇੱਕ ਛੋਟੀ ਗੱਲ ਪੁੱਛਣੀ ਸੀ, ਦੱਸੋ। ਮੈਂ ਕਿਹਾ ਜੇ ਮੰਨ ਲਓ ਰੱਬ ਨਾ ਕਰੇ ਇੱਥੇ ਆ ਕੇ ਤੁਹਾਡੇ ਫਾਦਰ ਸਾਹਿਬ ਨੂੰ ਕੋਈ ਹਾਰਟ ਦੀ, ਕਿਡਨੀ ਦੀ ਪ੍ਰੋਬਲਮ ਹੋ ਗਈ ਤੇ ਪਿੰਡ ਦਾ ਮੁੰਡਾ ਜੇ ਡਾਕਟਰੀ ਕਰਦਾ ਹੋਇਆ, ਨਵੀਂ ਹੋਇਆ ਡਾਕਟਰੀ, ਤਾਂ ਆਪਾਂ ਇਲਾਜ ਉਹ ਤੋਂ ਕਰਾਉਣਾ ਜਾਂ ਆਪਾਂ ਡਾਊਨਟਾਊਨ ਜਾ ਕੇ ਹਸਪੀਟਲ ਤੋਂ ਕਰਾਉਣਾ? ਕਹਿੰਦਾ ਭਾਜੀ ਆਹ ਕਿ ਤੁਸੀਂ, ਮੈਂ ਕਿਹਾ ਨਹੀਂ ਸਵਾਲ ਦਾ ਆਨਸਰ ਮੈਨੂੰ ਨਾ ਦੇ, ਆਪਣੇ ਕੋਲ ਹੀ ਰੱਖ, ਸੋਚ ਵਿਚਾਰ ਕਰ। ਮੈਂ ਕਿਹਾ ਵਿਚਾਰ ਕਰ। ਮੈਂ ਕਿਹਾ ਭਾਜੀ ਪ੍ਰੋਫੈਸ਼ਨਲਿਜ਼ਮ ਵੀ ਹੁੰਦਾ। ਉਹ ਤੁਹਾਡੇ ਜਿਹੜਾ ਪਿੰਡ ਦਾ ਜਵਾਈ ਆਇਆ ਨਾ, ਉਹ ਸਵੇਰੇ ਸ਼ਾਮ ਚਲਾਉਂਦਾ ਟਰੱਕ, ਤੇ ਸ਼ਾਮ ਨੂੰ ਚੇਤੇ ਆਇਆ ਵੀ ਉਹ ਬਾਈ ਦੀ ਪਾਲਿਸੀ ਕਰਕੇ 2 ਪੈਸੇ ਬਣਾਉਣੇ ਸੀ। ਮੈਂ ਕਿਹਾ ਮੈਂ ਫੁੱਲ ਟਾਈਮ ਮੈਂ ਕੰਮ ਕਰ ਰਿਹਾ। ਮੈਂ ਕਿਹਾ ਮੈਂ ਰੋਜ਼ ਨਵੀਂ ਚੀਜ਼ ਸਿੱਖਦਾ। ਕਹਿੰਦਾ ਭਾਜੀ ਨਹੀਂ ਕਰਤੀ, ਬਾਈ ਨੇ ਕਰਤੀ। ਮੈਂ ਕਿਹਾ ਭਾਜੀ ਬਹੁਤ ਵਧੀਆ, ਤੇ ਬਾਈ ਜੀ ਤੋਂ ਕੰਮ ਕਰਾਓ ਤੁਸੀਂ। ਸੋ ਥੋੜਾ ਜਿਹਾ ਪ੍ਰੋਫੈਸ਼ਨਲ ਦਾ ਜਿਹੜਾ ਕੰਮ ਆ, ਜਿਹੜਾ ਬੰਦਾ ਸਵੇਰ ਤੋਂ ਸ਼ਾਮ ਕੰਮ ਕਰ ਰਿਹਾ, ਉਹਦਾ ਇੱਕ ਕੰਮ ਆ। ਹੁਣ ਮੈਂ ਜਾ ਕੇ ਰੇਡੀਓ ਕਰਨ ਲੱਪਾ ਵਾਂ, ਲੋਕਾਂ ਨੇ ਆ ਕੇ ਜੁੱਤੀਆਂ ਮਾਰਨੀਆਂ ਮੈਨੂੰ। ਮੇਰਾ ਜਦ ਕੰਮ ਹੀ ਨਹੀਂ ਆ, ਹੁਣ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਕੰਮ ਆ। ਸੋ ਇਹ ਚੀਜ਼ਾਂ ਜਿਹੜੀ ਮੈਂ ਚਾਹੁੰਦਾ ਵੀ ਅਵੇਅਰਨੈਸ ਹੋਵੇ ਇੱਕ ਆਪਣੇ ਪੂਰੇ ਕਮਿਊਨਿਟੀ 'ਚ, ਜਿਹਦੇ 'ਚ ਲੋਕੀ ਸਵਾਲ ਪੁੱਛਣ ਏਜੰਟ ਨੂੰ, ਪ੍ਰੋਫੈਸ਼ਨਲ ਨੂੰ। ਸਵਾਲਾਂ ਦੇ ਆਨਸਰ ਦੇਣਾ ਸਾਡੀ ਡਿਊਟੀ ਆ ਪ੍ਰੋਫੈਸ਼ਨਲ ਦੀ। ਤੇ ਦੁਬਾਰਾ ਅਰਸ਼ਦ ਜੀ, ਜਿਹੜੇ ਸਰੋਤੇ ਹੁਣ ਜੁੜੇ ਹੋਣਗੇ, ਸੀਕ ਸਰਵਿਸ ਬੈਕ ਨਾਟ ਕੈਸ਼ ਬੈਕ। ਕੀ ਬਾਤ ਹੈ, ਬਹੁਤ ਸੋਹਣੀ ਗੱਲ ਕੀਤੀ। ਅਜੇ ਬਹਿਲ ਜੀ ਦਾ ਇੱਥੇ ਮੈਸੇਜ ਆਇਆ, ਕਹਿੰਦੇ ਭਾਜੀ ਕਰੋੜ ਰੁਪਏ ਦੀ ਗੱਲ ਕਰ ਗਏ। ਬੀਇੰਗ ਅ ਰੀਅਲਟਰ ਹੀ ਆਲਸੋ ਫੇਸਿਸ ਆਲਵੇਜ਼ ਥੀਸ ਥਿੰਗਸ, ਕੈਸ਼ਬੈਕ ਕਿੰਨਾ ਮਿਲੂ,
ਤੇ ਉਹਨਾਂ ਨੇ ਇਹ ਵੀ ਕਿਹਾ ਵੀ ਆਪਣੀ ਕਮਿਊਨਿਟੀ ਨੇ ਬਾਕੀ ਕਮਿਊਨਿਟੀ ਵੀ ਐਜੂਕੇਟ ਕਰਤੀ ਬਾਈ ਜੀ ਨੇ। ਕੀ ਬਾਤ ਹੈ ਭਾਜੀ, ਥੈਂਕ ਯੂ ਵੈਰੀ ਮਚ। ਮੈਂ ਅਰਜੀ ਪਰ ਕਹਿਣਾ ਵੀ ਆਪਣੀ ਕਮਿਊਨਿਟੀ ਨਾਲ ਬਹੁਤ ਸਿਫਤਾਂ ਆ, ਬਹੁਤ ਜੀ। ਮਤਲਬ ਵਧੀਆ ਕੰਮ ਕਰ ਰਹੇ ਆ, ਬਟ ਥੋੜਾ ਜਿਹਾ ਪ੍ਰੋਫੈਸ਼ਨਲ ਉਹਦਾ ਮੋਡਰਨ ਉਹ ਵੀ ਖੁੱਲ ਕੇ ਕੰਮ ਕਰ ਸਕਦੇ ਆ। ਪ੍ਰੋਫੈਸ਼ਨਲ ਜਿਹੜਾ ਕੰਮ ਕਰ ਰਿਹਾ, ਜਦੋਂ ਆਪਾਂ 100 ਰੁਪਏ ਕਮਾ ਕੇ 50 ਰੁਪਏ ਵਾਪਸ ਦੇਣੇ ਹੁੰਦੇ ਆ ਨਾ, ਉਹ ਕੰਮ 'ਚ ਇੰਟਰਸਟ ਘੱਟ ਰਹਿ ਜਾਂਦਾ ਹੈ। ਬਿਲਕੁਲ ਘੱਟ ਰਹਿ ਜਾਂਦਾ ਜੀ, ਕਿਉਂਕਿ ਉਹ ਫਿਰ ਸਰਵਿਸ ਕੰਪਰੋਮਾਈਜ਼ ਹੋ ਜਾਂਦੀ ਹੈ। ਮੈਂ ਇਸੇ ਸਰਵਿਸ ਦੀ ਗੱਲ ਤੇ ਆ ਰਿਹਾ। ਕਲੇਮ ਜਿਹੜਾ ਹੈ, ਜਿਵੇਂ ਆਪਾਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੀ ਗੱਲ ਕਰਦੇ ਆ, ਉਹ ਵੀ ਮੈਂ ਫਲਾਣੀ ਇੰਸ਼ੋਰੈਂਸ ਤੋਂ ਆਪਣੀ ਇੰਸ਼ੋਰੈਂਸ ਕਰਾ ਲਈ, ਉਹਨਾਂ ਨੇ ਤਾਂ ਮੇਰਾ ਸਾਰਾ ਕੁਝ ਕਵਰ ਕਰਤਾ, ਜਿਵੇਂ ਸਾਰੇ ਕੁਝ ਦੀ ਗੱਲ ਹੋਈ ਹੈ। ਪਰ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਡਿਟੇਲ ਦੇ ਵਿੱਚ ਕੋਈ ਐਡਵਾਈਜ਼ਰ ਬਹਿੰਦਾ ਹੈ, ਸਪੈਸ਼ਲਿਸਟ ਬਹਿੰਦਾ ਹੈ, ਤਾਂ ਕਲੇਮ ਡਿਕਲਾਈਨ ਹੋ ਜਾਂਦਾ। ਸੋ ਕਿਸ ਸੂਰਤ ਦੇ ਵਿੱਚ ਕਲੇਮ ਡਿਕਲਾਈਨ ਹੁੰਦੇ ਨੇ? ਬਿਲਕੁਲ, ਤੁਸੀਂ ਜੀ ਬੜਾ ਵਧੀਆ ਸਵਾਲ ਪੁੱਛਿਆ। ਜਿਹੜੇ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਚੁੱਕਾ, ਜਿਹਦੇ 'ਚ ਕੈਂਸਰ ਵਾਲੇ ਪੇਸ਼ੈਂਟ ਨੂੰ ਮੈਂ ਇੰਸ਼ੋਰੈਂਸ ਦੇਣ ਤੋਂ ਮਨਾ ਕਰਤਾ ਸੀ, ਹੁਣ ਉਹਨੂੰ ਜਿਹੜਾ ਬੰਦਾ ਪਾਲਿਸੀ ਦੇ ਰਿਹਾ ਸੀ, ਮੈਂ ਤਾਂ ਮਨਾ ਕਰ ਦਿੱਤਾ ਕਿ ਭਾਜੀ ਪਾਲਿਸੀ ਨਹੀਂ ਹੋਣੀ, ਪਰ ਕੋਈ ਉਹਨੂੰ ਦੇ ਵੀ ਰਿਹਾ ਸੀ। ਜੇ ਹੁਣ ਉਹਦੇ ਫਾਦਰ ਸਾਹਿਬ ਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਆ ਜਾਂਦੀ ਤਾਂ ਕਲੇਮ ਡਿਕਲਾਈਨ ਹੋਣਾ ਸੀ। ਸੋ ਕੀ ਮਤਲਬ ਹੋਇਆ ਕਿ ਤੁਸੀਂ ਪਾਲਿਸੀ ਦੇ ਦਾਇਰੇ 'ਚ ਨਹੀਂ ਆ ਰਹੇ ਸੀ। ਤੁਸੀਂ ਜੋ ਚੀਜ਼ ਲਈ, you were not under that ਮਤਲਬ ਸਰਕਮਸਟੈਂਸਿਸ ਜਾਂ ਕੰਡੀਸ਼ਨਸ which meant, ਦੇਖੋ ਇੰਸ਼ੋਰੈਂਸ ਕੰਪਨੀ ਬਿਜ਼ਨਸ ਕਰ ਰਹੀ ਆ, ਉਹ ਇੱਕ ਚੈਰਿਟੀ ਨਹੀਂ ਖੋਲ ਕੇ ਬੈਠੀ। ਇੰਸ਼ੋਰੈਂਸ ਕੰਪਨੀ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਮੇਰੇ ਵਰਗੇ ਇੱਕ ਏਜੰਟ ਦੀ ਸੋਚ ਖਤਮ ਹੁੰਦੀ ਹੈ, ਉੱਥੋਂ 100 ਕਦਮ ਅੱਗੇ ਕੰਪਨੀ ਸੋਚਣਾ ਸ਼ੁਰੂ ਕਰਦੀ ਆ। ਜਦੋਂ ਕੋਈ ਬੰਦਾ ਗਲਤੀ ਕਰ ਰਿਹਾ ਨਾ, ਜਾਂ ਕੋਈ ਚੀਜ਼ ਛੁਪਾ ਰਿਹਾ ਆ, ਉਹ ਗਲਤੀ ਮੇਰੇ ਨਾਲ ਨਹੀਂ ਕਰ ਰਿਹਾ, ਨਾ ਕੰਪਨੀ ਨਾਲ ਕਰ ਰਿਹਾ, ਨਾ ਅੰਡਰਰਾਈਟਰ ਨਾਲ ਕਰ ਰਿਹਾ, ਉਹ ਗਲਤੀ ਆਪਣੇ ਆਪ ਨਾਲ ਕਰ ਰਿਹਾ ਹੈ, ਕਿਉਂਕਿ ਉਹ ਸਪਾਂਸਰ ਆ। ਕੱਲ ਨੂੰ ਜਦੋਂ ਕਲੇਮ ਨਹੀਂ ਪੇ ਹੋਣੇ, ਉਹਦੇ ਮਾਦਰ ਫਾਦਰ ਨੇ ਚੱਲ ਜਾਣਾ ਇੰਡੀਆ, ਤੇ ਚਿੱਠੀਆਂ ਉਹਨੂੰ ਆਣੀਆਂ ਇਲੈਕਸ਼ਨ ਦੀਆਂ, ਤੇ ਬਿੱਲ ਉਹਨੇ ਪੇ ਕਰਨੇ ਆ। ਸੋ ਕੋਈ ਝੂਠ ਨਾ ਬੋਲੋ। ਮਾਪਿਓ ਨੂੰ ਬੁਲਾਉਣਾ ਚਾਹੁੰਦੇ ਆ, ਬੁਲਾਓ ਜੀ, ਸੱਦ ਕੇ ਬੁਲਾਓ। ਮੈਂ ਕੱਲ ਨੂੰ ਕਿਸੇ 92 ਈਅਰ 올ਡ ਦੇ ਗ੍ਰੈਂਡ ਮਦਰ ਦੀ ਵੀ ਪਾਲਿਸੀ ਕੀਤੀ ਆ, ਸ਼ੀ ਵਾਸ ਪਰਫੈਕਟਲੀ ਫਾਈਨ। ਮੈਂ ਥੋਰੋ ਕੰਮ ਕਰਕੇ ਕੀਤੀ ਆ, ਕਿਉਂਕਿ ਸ਼ੀ ਵਾਸ ਵੈਰੀ ਮਚ ਏਜਡ। We don't know what is going to happen, but ਤੁਸੀਂ ਸਵਾਲ ਪੁੱਛੋ, ਆਪਣੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਡਿਸਕਸ ਕਰੋ, ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ ਡਿਸਕਸ ਕਰੋ, ਆਪਣੀ ਐਕਸਕਲੂਜਨਸ ਡਿਸਕਸ ਕਰੋ, ਤੇ ਤੁਸੀਂ ਵੇਖੋ ਵੀ ਆਰ ਯੂ ਇਵਨ ਇੰਸ਼ੋਰੇਬਲ অর ਨਾਟ। ਮੈਂ ਇਸੇ ਪੁਆਇੰਟ ਤੇ ਭਾਜੀ ਮੇਰਾ ਇੱਕ ਸਵਾਲ ਇਹ ਵੀ ਸੀਗਾ ਕਿ ਚਲੋ ਤੁਸੀਂ ਕਿਹਾ ਵੀ 14 ਪੇਜ ਦਾ ਕੁਐਸਚਨੇਅਰ ਹੁੰਦਾ ਜੀ, ਸੋ ਕਿਹੜੇ ਐਸੇ ਮੋٹے ਕੁਝ ਸਵਾਲ ਨੇ ਜਿਹੜੇ ਕਿ ਆਮ ਤੌਰ ਤੇ ਇੱਕ ਮੇਰੇ ਵਰਗਾ ਇਲਿਟਰੇਟ ਬੰਦਾ ਕਹਿ ਲਓ, ਜਾਂ ਜਿਸ ਨੂੰ ਜ਼ਿਆਦਾ ਗਿਆਨ ਨਹੀਂ, ਜਿਸ ਨੂੰ ਬਹੁਤੀ ਨੌਲੇਜ ਨਹੀਂ, ਉਹ ਸਵਾਲ ਨਹੀਂ ਪੁੱਛਦਾ? ਉਹ ਕਿਹੜੇ ਸਵਾਲ ਹੋ ਸਕਦੇ? ਦੇਖੋ, ਜਿੱਦਾਂ ਦਾ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਅਰਸ਼ ਜੀ, ਜਿੱਦਾਂ ਮੋਟੀ ਗੱਲ ਇੱਕ ਮੈਂ ਕੈਂਸਰ ਦੀ ਕਰ ਦਿੱਤੀ, ਇੱਕ ਤੁਸੀਂ ਡੇਲੀ ਲਿਵਿੰਗ ਐਕਟੀਵਿਟੀਜ਼ ਆਪਣੀ ਕਰ ਪਾਉਂਦੇ ਆਪ ਜਾਂ ਨਹੀਂ ਕਰ ਪਾਉਂਦੇ, ਇੱਕ ਇੰਸ਼ੋਰੈਂਸ ਕੰਪਨੀ ਜਾਣਨਾ ਚਾਹੁੰਦੀ ਆ। ਤੁਸੀਂ ਨਰਸਿੰਗ ਹੋਮ 'ਚ ਰਿਜ਼ਾਈਡ ਤਾਂ ਨਹੀਂ ਕਰ ਰਹੇ? ਕੀ ਤੁਸੀਂ ਡਾਕਟਰ ਦੀ ਐਡਵਾਈਸ ਦੇ ਅਗੇਂਸਟ ਟਰੈਵਲ ਕਰ ਰਹੇ ਹੋ? ਕੀ ਤੁਸੀਂ ਇੱਥੇ ਆ ਕੇ ਪ੍ਰੋਫੈਸ਼ਨਲ ਸਪੋਰਟਸ ਖੇਲਣੀ ਆਇਆ? ਇਹ ਚੀਜ਼ਾਂ ਦਾਇਰੇ 'ਚ ਨਹੀਂ ਆਉਂਦੀਆਂ। ਤੁਸੀਂ ਇੱਥੇ ਆ ਕੇ ਕੋਈ ਬਹੁਤ ਵੱਡੀ ਇਲੀਗਲ ਐਕਟੀਵਿਟੀ ਕਰ ਦਿੰਦੇ ਹੋ, ਜਾਂ ਡਰਿੰਕ ਕਰਕੇ ਗੱਡੀ ਚਲਾਉਂਦੇ ਹੋ, ਉਹ ਵੀ ਇੰਸ਼ੋਰੈਂਸ ਕੰਪਨੀ ਨੇ ਨਹੀਂ ਕਵਰ ਕਰਨਾ, ਕਿਉਂਕਿ ਤੁਸੀਂ ਆਪਣੇ ਆਪ ਗਲਤੀ ਨੂੰ ਮੁੱਲ ਲਿਆ। ਤੁਹਾਡੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਕਿ ਪਿਛਲੇ 6 ਮਹੀਨੇ ਤੋਂ ਸਟੇਬਲ ਨਹੀਂ ਹੈਗੀ, ਉਹ ਕਵਰ ਨਹੀਂ ਹੋਣੀ। ਮੰਨ ਲਓ ਕਿਸੇ ਫਾਦਰ ਨੂੰ ਪਿਛਲੇ ਮਹੀਨੇ ਹਾਰਟ ਅਟੈਕ ਹੋ ਗਿਆ, ਡਾਕਟਰ ਨੇ ਕਹਿਤਾ ਵੀ ਤੁਸੀਂ ਠੀਕ ਆ, ਉਹ ਇੱਥੇ ਆ ਗਏ, ਉਹਨਾਂ ਦਾ ਹਾਰਟ ਕੰਡੀਸ਼ਨ ਕਵਰ ਨਹੀਂ ਹੈਗੀਆਂ, ਕਿਉਂਕਿ ਉਹ ਸਟੇਬਲ ਹੀ ਨਹੀਂ ਹੈਗੇ 6 ਮਹੀਨੇ ਤੋਂ। ਉਹਨਾਂ ਨੂੰ ਜੁਮਾ ਹਾਰਟ ਦੀ ਪ੍ਰੋਬਲਮ ਹੋਈ ਆ। ਕੰਪਨੀ will cover it. I'm not saying they will not cover it, but they will only cover it when you are stable for 6 months. ਸੋ ਏਦਾਂ ਦੀ ਕੁਝ ਚੀਜ਼ਾਂ ਹੈਗੀਆਂ।